ਅਸੀਂ ਅੱਜ ਇੱਥੇ ਖੜੇ ਆਂ 70-72 ਸਾਲ ਦੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਤੇ ਕਾਲੇ ਕਾਨੂੰਨ ਲੱਦ ਦਿੱਤੇ। ਇਹਦੇ ਨਾਲ ਕਾਰੋਬਾਰ ਤਬਾਹ ਹੋਣਾ, ਦੇਸ਼ ਨਹੀਂ ਬਚਣਾ, ਸਾਡੀਆਂ ਜ਼ਮੀਨਾਂ ਖੋਹ ਹੋਣੀਆਂ, ਮਾਲਕ ਇਜਾਰੇਦਾਰ ਨਾ ਬਣਨਾ। ਉੱਥੇ ਅਸੀਂ ਦਿਹਾੜੀਦਾਰ ਹੋਵਾਂਗੇ ਤੇ ਨਾਲ ਖੇਤ ਮਜ਼ਦੂਰਾਂ ਨੂੰ ਪਬਲਿਕ ਵੰਡ ਪ੍ਰਣਾਲੀ ਦਾ ਵੀ ਅਸਰ ਪਏਗਾ। ਦੇਸ਼ ਟੁੱਟ ਜਾਏਗਾ ਆਰਥਿਕ ਤੌਰ ਤੇ। ਅਸੀਂ ਬਹੁਤ ਵੱਡੇ ਪੱਧਰ ਤੇ ਅਸੀਂ ਤਿਆਰ ਹੋਣਾ ਚਾਹੁੰਦੇ ਹਾਂ ਮੋਦੀ ਦੀਆਂ ਨੀਤੀਆਂ ਦੇ ਖਿਲਾਫ ਲੜਨ ਲਈ। ਇਹ ਅਸੀਂ ਅੱਜ ਦਾ ਦਿਨ ਮਨਾਵਾਂਗੇ। ਆਸ਼ੀਰਵਾਦ ਲੈਣਾ ਚਾਚਾ ਅਜੀਤ ਸਿੰਘ ਤੋਂ। ਜਦੋਂ ਜ਼ਾਲਮ ਸਰਕਾਰਾਂ ਨੇ ਹੱਥ ਚੁੱਕੀ ਹੈ, ਉਸ ਦਾ ਅੰਤ ਕਰਨ ਦੇ ਲਈ ਕੋਈ ਨਾ ਕੋਈ ਯੋਧਾ ਪੈਦਾ ਹੋਇਆ। ਮਤਲਬ ਭੁੱਲ ਜਾਵੇ ਮੋਦੀ ਵੀ ਇਹ ਹੋ ਨਹੀਂ ਸਕਦਾ, ਅਸੀਂ ਕਰਕੇ ਦਿਖਾਵਾਂਗੇ। ਉਹਨਾਂ ਚਿਰ ਪਿੱਛੇ ਨਹੀਂ ਹਟਦੇ ਜਿੰਨੇ ਵੈਸੇ ਰੱਦ ਤੇ ਹੋ ਹੀ ਚੁੱਕਿਆ, ਮੰਨਿਆ ਹੋਇਆ, ਉਹ ਸਾਰੀਆਂ ਗੱਲਾਂ ਮੰਨ ਗਿਆ। ਹੁਣ ਤੇ ਇੱਕ ਕੀਲਾ ਅੜਿਆ ਹੋਇਆ ਉਹਦੇ ਮੈਂ ਵਾਲਾ। ਲੋਕੀ ਉਹਨਾਂ ਦੇ ਜਿਹੜੇ ਭਗਤ ਨੇ ਉਹ ਕਹਿੰਦੇ ਨੇ ਕਿ 7.5 ਸਾਲ ਹੋ ਗਏ ਜਾਂ 7 ਸਾਲ ਹੋ ਗਏ ਕਿ ਅੱਜ ਤੱਕ ਉਹਨੇ ਹਾਰ ਨਹੀਂ ਮੰਨੀ। ਤੇ ਇਤਿਹਾਸ ਸਾਡਾ ਵੀ ਕੋਈ ਛੋਟਾ ਨਹੀਂ ਹੈ। 550 ਸਾਲ ਹੋ ਗਏ, ਹਰੇ ਅਸੀਂ ਵੀ ਕਿਤੇ ਨਹੀਂ ਹਟੇ, ਅਸੀਂ ਵੀ ਕਦੀ ਪਿੱਛੇ ਨਹੀਂ ਤੇ ਹਟਾਂਗੇ ਹੁਣ ਵੀ ਨਹੀਂ। ਪਿਛਲੇ ਦਿਨਾਂ ਤੋਂ ਜੋ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਜਿਹਨੂੰ ਲੈ ਕੇ ਕਿਸਾਨ ਜਿਹੜੇ ਨੇ ਲੰਮੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਕਿਉਂਕਿ ਕੇਂਦਰ ਦੀ ਜਿਹੜੀ ਮਾੜੀ ਨੀਤੀ ਹੈ, ਕੋਝੀ ਨੀਤੀ ਨੇ ਕਿਸਾਨਾਂ ਦਾ ਜੋ ਘਾਣ ਕੀਤਾ ਉਹਨੂੰ ਲੈ ਕੇ 26 ਦੇ ਹਾਲਾਤ ਬਣੇ ਨੇ। ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਔਰ ਅੱਜ ਵੀ ਜਿਹੜਾ ਅੱਜ ਅਸੀਂ ਖੜੇ ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸਮਾਰਕ ਦੇ ਉੱਤੇ, ਜਿੱਥੇ ਅੱਜ ਉਹਨਾਂ ਦੇ ਚਾਚਾ ਜੀ ਸ਼ਹੀਦ ਅਜੀਤ ਸਿੰਘ ਦਾ ਜਨਮ ਦਿਨ ਵੀ ਹੈ ਔਰ ਉਹਨੂੰ ਸਮਰਪਿਤ ਅੱਜ ਦੀ ਜਿਹੜੀ ਹੈ ਕਿਸਾਨਾਂ ਦੀ ਇੱਕ ਰੈਲੀ ਜਿਹੜੀ ਆ ਖਟਕੜ ਕਲਾਂ ਦੇ ਵਿੱਚ ਹੋਣ ਜਾ ਰਹੀ ਆ। ਸਾਡੇ ਨਾਲ ਕਿਸਾਨ ਆਗੂ ਨੇ, ਗੱਲ ਕਰਦੇ ਆ ਜੋ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਸ਼ਹੀਦ ਅਜੀਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਨੇ ਜਨਮ ਦਿਨ ਦੇ ਮੁਬਾਰਕ ਮੌਕੇ ਤੇ। ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਸੁਣਾ? ਮੈਂ ਸਰਦਾਰ ਅਜੀਤ ਸਿੰਘ ਹੁਣਾਂ ਦੇ ਬਾਰੇ 'ਚ ਇਹ ਕਹਿਣਾ ਚਾਹੁੰਦਾ ਵਾਂ ਕਿ ਅੱਜ ਉਹਨਾਂ ਦਾ ਇੱਕ ਤਾਂ ਜਨਮ ਦਿਵਸ ਹੈ ਔਰ ਉਹਨਾਂ ਦਾ ਜਨਮ 23 ਫਰਵਰੀ 1981 ਨੂੰ ਹੋਇਆ ਸੀਗਾ। 1881 ਨੂੰ ਹੋਇਆ ਸੀਗਾ। ਔਰ ਅਜੀਤ ਸਿੰਘ ਹੁਣਾਂ ਨੇ ਉਹ ਲੜਾਈ ਲੜੀ ਜਿਹੜੀ ਕਿ ਅੱਜ ਅਸੀਂ ਕਿਸਾਨ ਲੜ ਰਹੇ ਹਾਂ। 1800 ਜਿਹੜੇ ਕੋਲੋਨਾਈਜੇਸ਼ਨ ਬਿੱਲ ਹੈ, ਖਾਸ ਕਰਕੇ ਜਿਹੜਾ ਅੰਗਰੇਜ਼ਾਂ ਨੇ 1906 ਦੇ ਵਿੱਚ ਲਿਆਂਦਾ ਸੀ, ਉਸ ਵੇਲੇ ਦੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਤੋਂ ਮਹਿਰੂਮ ਕਰ ਦਿੰਦਾ ਸੀਗਾ। ਇੱਕ ਤਾਂ ਇਹ ਸੀ ਉਹਦੇ 'ਚ ਫੈਕਟ। ਇੱਕ ਦੂਸਰਾ ਇਹ ਸੀਗਾ ਕਿ ਜਿਹੜਾ ਨਹਿਰੀ ਪਾਣੀ ਦਿੱਤਾ ਜਾਂਦਾ ਸੀ, ਜਿਸ ਨੂੰ ਜਾ ਕੇ ਆਪ ਹੀ ਉਹਨਾਂ ਨੇ ਆਬਾਦ ਕੀਤਾ ਸੀਗਾ ਅੰਗਰੇਜ਼ਾਂ ਨੇ, ਤਾਂ ਕਿ ਉਹ ਜਿਹੜੀ ਪਾਰ ਦੀ ਜ਼ਮੀਨ ਆ, ਪਾਰ ਦੀ ਜ਼ਮੀਨ ਹੀ ਕਹਿੰਦੇ ਸੀ, ਬਾਹਰ ਦੀ ਜ਼ਮੀਨ ਜਿਹੜੀ ਸੀਗੀ ਉਸ ਨੂੰ ਆਬਾਦ ਕਰਵਾਇਆ ਸੀ। ਆਬਾਦ ਕਰਵਾਉਣ ਦੇ ਵਿੱਚ ਉਹਦੇ ਵਿੱਚ ਬਹੁਤ ਸਾਰੇ ਕਿਸਾਨ ਖਾਸ ਕਰਕੇ ਦੁਆਬੇ ਔਰ ਅੰਮ੍ਰਿਤਸਰ ਵੱਲੋਂ ਗਏ ਸੀਗੇ ਔਰ ਜ਼ਮੀਨਾਂ ਉਹਨਾਂ ਨੇ ਆਬਾਦ ਕੀਤੀਆਂ। ਜਦੋਂ ਆਬਾਦ ਕਰ ਦਿੱਤੀਆਂ ਤਾਂ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਨੇ ਖੋਹਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਖੋਹਣੀਆਂ ਸ਼ੁਰੂ ਹੁੰਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਹੀ ਇਹਦੇ ਵਿੱਚ ਰੋਸ ਪੈਦਾ ਹੋ ਗਿਆ ਸੀਗਾ। ਉਸ ਰੋਸ ਦੀ ਲੜਾਈ ਨੂੰ ਚੁੱਕਣ ਦੇ ਵਿੱਚ ਚਾਚਾ ਅਜੀਤ ਸਿੰਘ ਹੁਣਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਔਰ ਉਸ ਤੋਂ ਹੀ ਮਤਲਬ ਕਿ ਜਿਹੜੀ ਸੀ ਇਹ ਲੜਾਈ ਸ਼ੁਰੂ ਹੋਈ ਪਗੜੀ ਸੰਭਾਲ ਜੱਟਾ। ਔਰ ਪਗੜੀ ਸੰਭਾਲ ਜੱਟਾ ਦੀ ਲੜਾਈ ਦੇ ਉੱਤੇ 1906 ਤੋਂ ਲੈ ਕੇ 1906 ਦੇ ਵਿੱਚ ਐਕਟ ਆਉਂਦਾ ਵਾ, 1907 ਦੇ ਵਿੱਚ ਲੜਾਈ ਸ਼ੁਰੂ ਹੁੰਦੀ ਹੈਗੀ ਆ ਔਰ ਉਸ ਦੇ ਵਿੱਚ ਜਿਹੜੇ ਇੱਕ ਜੰਗ ਪੇਪਰ ਹੁੰਦਾ ਵਾ, ਉਸ 'ਤੇ ਸੰਪਾਦਕ ਉੱਥੇ ਗੀਤ ਗਾਉਂਦੇ ਹੈਗੇ ਪਗੜੀ ਸੰਭਾਲ ਜੱਟਾ। ਉਹਨਾਂ ਦੇ ਪਗੜੀ ਸੰਭਾਲ ਜੱਟਾ ਦੇ ਉੱਥੋਂ ਇਹ ਗੀਤ ਇੰਨਾ ਮਕਬੂਲ ਹੋਇਆ ਕਿ ਲੋਕਾਂ ਦੀ ਯਾਨੀ ਕਿਸਾਨਾਂ ਦੇ ਮੂੰਹਾਂ 'ਤੇ ਹੀ ਗੱਲ ਚੱਲ ਗਈ ਕਿ ਇਸ ਵੇਲੇ ਵਕਤ ਆ ਕਿ ਜਦੋਂ ਕਿਸਾਨ ਆਪਣੇ ਆਪ ਨੂੰ ਸੰਭਾਲੇ। ਦੂਸਰੀ ਗੱਲ ਇਹ ਸੀਗਾ ਕਿ ਚਾਚਾ ਅਜੀਤ ਸਿੰਘ ਇੰਨੇ ਜੀਨੀਅਸ ਸੀਗੇ, ਇੰਨਾ ਉਹਨਾਂ ਦਾ ਦਿਮਾਗ ਸੀਗਾ ਕਿ ਵੈਸੇ 1909 ਦੇ ਵਿੱਚ ਲਾਲਾ ਲਾਜਪਤ ਰਾਏ ਅਤੇ ਚਾਚਾ ਅਜੀਤ ਸਿੰਘ ਜੀ ਨੂੰ ਮੰਡਾਲੇ ਬਰਮਾ ਦੇ ਵਿੱਚ ਭੇਜ ਦਿੱਤਾ ਗਿਆ ਸੀਗਾ। ਮਗਰ ਉਹਨਾਂ ਨੂੰ ਜਦੋਂ ਕਿ ਲੋਕਾਂ ਦਾ ਇੰਨਾ ਪ੍ਰੈਸ਼ਰ ਪਿਆ, ਕਾਂਗਰਸੀ ਸਰਕਾਰ, ਕਾਂਗਰਸ ਉਸ ਵੇਲੇ ਇੱਕ ਪਾਰਟੀ ਹੁੰਦੀ ਸੀ, ਉਹਦਾ ਇੰਨਾ ਪ੍ਰੈਸ਼ਰ ਪਿਆ ਕਿ ਉਹਨਾਂ ਨੂੰ ਰਿਲੀਜ਼ ਕਰਨਾ ਪਿਆ। ਔਰ 1921 ਦੇ ਵਿੱਚ ਜਾ ਕੇ ਜਦੋਂ ਉਹ ਕਰਾਚੀ ਦਾ ਸੈਸ਼ਨ ਅਟੈਂਡ ਕਰਦੇ ਹੈਗੇ ਆ ਤਾਂ ਲੋਕਮਾਨਯ ਤਿਲਕ ਜਿਹੜੇ ਕਿ ਉਸ ਵੇਲੇ ਦੇ ਬਹੁਤ ਵੱਡੇ ਲੀਡਰ ਕਾਂਗਰਸ ਦੇ ਸੀ, ਪਹਿਲੀ ਰੈਂਕ ਦੇ ਲੀਡਰਾਂ ਦੇ ਵਿੱਚ ਫਰੰਟ ਰੈਂਕਿੰਗ ਲੀਡਰ ਸੀ, ਉਹਨਾਂ ਨੇ ਕਿਹਾ ਕਿ ਜੇ ਆਜ਼ਾਦ ਭਾਰਤ ਦੇ ਵਿੱਚ ਜੇ ਕੋਈ ਭਾਰਤ ਦਾ ਕੋਈ ਪ੍ਰੈਜ਼ੀਡੈਂਟ ਬਣਨ ਦੇ ਕਾਬਲ ਹੈ, ਪ੍ਰਧਾਨ ਬਣਨ ਦੇ ਕਾਬਲ ਹੈ ਤਾਂ ਚਾਚਾ ਅਜੀਤ ਸਿੰਘ ਹੀ ਨੇ। ਇੰਨੀ ਉਹ ਪ੍ਰਤਿਭਾ ਦੇ ਮਾਲਕ ਸੀਗੇ। ਮਗਰ 1909 ਦੇ ਵਿੱਚ ਚਾਚਾ ਜੀ ਨੂੰ
ਜੋ ਆਪਣੀ ਰੂਪੋਸ਼ ਕਰ ਹੋਣਾ ਪਿਆ, ਕਿਉਂਕਿ ਉਹਨਾਂ ਦੇ ਡੈਥ ਵਾਰੰਟ ਵਗੈਰਾ ਕੱਢ ਦਿੱਤੇ ਗਏ ਸੀ ਔਰ ਉਸ ਤੋਂ ਬਾਅਦ ਉਹ ਫਿਰ ਦੇਸ਼ ਤੋਂ ਜਾ ਕੇ ਦੇਸ਼ ਦੀਆਂ ਵਿੱਚ ਵੀ ਰੂਪੋਸ਼ ਗਤੀਵਿਧੀਆਂ ਕਰਦੇ ਰਹੇ ਔਰ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਗਤੀਵਿਧੀਆਂ ਕਰਦੇ ਰਹੇ ਔਰ ਜਾ ਕੇ ਇਟਲੀ 'ਚ ਵੀ ਗਏ, ਜਰਮਨੀ 'ਚ ਵੀ ਗਏ, ਸੁਭਾਸ਼ ਚੰਦਰ ਬੋਸ ਦੇ ਨਾਲ ਵੀ ਮਿਲੇ, ਮੁਸੋਲਿਨੀ ਨਾਲ ਵੀ ਮਿਲੇ, ਹਿਟਲਰ ਨਾਲ ਵੀ ਮਿਲੇ, ਸਟਾਲਿਨ ਨਾਲ ਵੀ ਮਿਲੇ ਔਰ ਬਹੁਤ ਸਾਰੇ ਕਮਿਊਨਿਸਟਾਂ ਨਾਲ ਉਹਨਾਂ ਦੀ ਖਾਸ ਕਰਕੇ ਬੜੀ ਮਤਲਬ ਕਿ ਸਾਂਝ ਸੀ। ਉਹ ਚਾਹੁੰਦੇ ਸੀ ਕਿ ਦੇਸ਼ ਜਿਹੜਾ ਵਾ ਉਹ ਸਾਡੀਆਂ ਇਹਨਾਂ ਸਾਰੀਆਂ ਸਰਗਰਮੀਆਂ ਦੇ ਨਾਲ ਆਜ਼ਾਦ ਹੋਏ, ਦੇਸ਼ ਨੂੰ ਆਜ਼ਾਦ ਦੇਖਣਾ ਚਾਹੁੰਦੇ ਸੀਗੇ। ਇਟਲੀ ਦੇ ਵਿੱਚ ਜਦੋਂ ਕਿ 1945 ਦੇ ਵਿੱਚ ਮੁਸੋਲਿਨੀ ਹਾਰ ਜਾਂਦਾ ਵਾ, ਉਹ ਇਟਲੀ ਦੇ ਵਿੱਚ ਹੀ ਹੁੰਦਿਆਂ ਉਹਨਾਂ ਨੂੰ ਜੰਗੀ ਕੈਦੀ ਬਣਾ ਲਿਆ ਜਾਂਦਾ ਵਾ। ਮਗਰ ਇੱਥੇ ਭਾਰਤ ਦੇ ਵਿੱਚ ਪਿੱਛੇ ਚਾਚਾ ਅਜੀਤ ਸਿੰਘ ਦੇ ਉਸ ਰੋਲ ਨੂੰ ਦੇਖਦਿਆਂ ਹੋਇਆਂ, ਉਹਨਾਂ ਦੀਆਂ ਆਜ਼ਾਦੀ ਦੀਆਂ ਕਾਰਵਾਈਆਂ ਨੂੰ ਦੇਖਦਿਆਂ ਹੋਇਆਂ ਲੋਕਾਂ ਦਾ ਇੰਨਾ ਮਤਲਬ ਕਿ ਪ੍ਰੈਸ਼ਰ ਪੈਂਦਾ ਕਾਂਗਰਸ ਦੀ ਲੀਡਰਸ਼ਿਪ ਦੇ, ਫਰੰਟ ਰੈਂਕਿੰਗ ਲੀਡਰਸ਼ਿਪ 'ਤੇ, ਕਿ ਉਹਨਾਂ ਨੂੰ ਉਸ ਜੰਗੀ ਆਜ਼ਾਦੀ ਤੋਂ ਫਿਰ ਜਿਹੜਾ ਲੰਡਨ ਦੇ ਵਿੱਚ ਸਾਡਾ ਕਮਿਸ਼ਨਰ ਆ ਉਸ ਨੂੰ ਸੌਂਪ ਦਿੱਤਾ ਜਾਂਦਾ ਔਰ ਉੱਥੋਂ ਉਹਨਾਂ ਨੂੰ ਲਿਆ ਕੇ ਫਿਰ ਲਾਹੌਰ ਦੇ ਵਿੱਚ ਲਿਆਇਆ ਜਾਂਦਾ। ਲਾਹੌਰ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਇਸਤਕਬਾਲ ਕੀਤਾ ਜਾਂਦਾ, ਵੈਲਕਮ ਕੀਤਾ ਜਾਂਦਾ ਵਾ। ਮਗਰ ਉਸ ਵੇਲੇ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਉਹ ਬਿਮਾਰੀਆਂ ਦੇ ਨਾਲ ਗ੍ਰਸਤ ਹੋ ਚੁੱਕੇ ਸੀਗੇ ਔਰ ਉਹਨਾਂ ਨੂੰ ਫਿਰ ਡਲਹੌਜੀ ਭੇਜਿਆ ਜਾਂਦਾ। ਡਲਹੌਜੀ ਜਿਹੜੀ ਜਾ ਕੇ ਉਹਨਾਂ ਦੀ ਮਤਲਬ ਕਿ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਆ ਔਰ ਜਿੱਦਾਂ ਹਿੰਦੁਸਤਾਨ ਆਜ਼ਾਦ ਹੁੰਦਾ ਵਾ ਉਸ ਦਿਨ ਹੀ ਉਹ ਆਖਰੀ ਸਵਾਸ ਲੈਂਦੇ ਨੇ। ਉਸ ਮਹਾਨ ਕ੍ਰਾਂਤੀਕਾਰੀ ਮਹਾਨ ਸ਼ਖਸੀਅਤ ਜਿਸ ਦੇ ਬਾਰੇ 'ਚ ਅਸੀਂ ਦੱਸਿਆ ਹੈ ਕਿ ਉਹ ਉਸ ਜਿਹੜਾ ਸੁਪਨਾ ਸੀ ਕਾਂਗਰਸ ਦਾ ਦੇ ਵੱਡੇ ਲੀਡਰਾਂ ਦਾ ਕਿ ਉਸ ਨੂੰ ਦੇਸ਼ ਦੇ ਆਜ਼ਾਦ ਦੇਸ਼ ਦਾ ਪ੍ਰਧਾਨ ਬਣਾਉਣਾ, ਉਹ ਬੰਦ ਹੋ ਜਾਂਦਾ, ਖਤਮ ਹੋ ਜਾਂਦਾ। ਇਸ ਦੇ ਨਾਲ ਅੱਜ ਅਸੀਂ ਚਾਚਾ ਅਜੀਤ ਸਿੰਘ ਉਹਨਾਂ ਦੀ ਦਿੱਤੀ ਹੋਈ ਕੰਟਰੀਬਿਊਸ਼ਨ ਕਿਸਾਨਾਂ ਦੇ ਪ੍ਰਤੀ ਵਿਸ਼ੇਸ਼ ਕਰਕੇ ਉਹਨਾਂ ਦੇ ਲਈ ਉਹਨਾਂ ਨੂੰ ਯਾਦ ਕਰਦੇ ਹਾਂ ਔਰ ਸਾਂਝਾ ਮੋਰਚਾ ਨੇ ਵੀ ਇਸੇ ਲਈ ਕਿਹਾ ਕਿ ਇਹ ਦਿਨ ਚੁਣਿਆ ਵਾ ਕਿ ਚਾਚਾ ਅਜੀਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇ। ਜਿਵੇਂ ਤੁਸੀਂ ਗੱਲ ਕੀਤੀ ਆ, ਚਾਚਾ ਅਜੀਤ ਸਿੰਘ ਨੇ ਪਗੜੀ ਸੰਭਾਲ ਜੱਟਾ ਲਹਿਰ ਸ਼ੁਰੂ ਕੀਤੀ ਮੁਹਿੰਮ, ਕਿਸਾਨਾਂ ਦਾ ਜੋ ਹਾਲਾਤ ਉਹ ਬਣੇ ਸੀ, ਹੁਣ ਵੀ ਉਹੀ ਹਾਲਾਤ ਬਣੇ ਹੋਏ ਨੇ ਜੋ ਇਸ ਵੇਲੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਜਿਹਨੂੰ ਕਹਿ ਸਕਦੇ ਹਾਂ। ਕੱਲ੍ਹ ਜਿਵੇਂ ਤਮੋਦ ਸਾਹਿਬ ਨੇ ਕਹਿ ਦਿੱਤਾ ਕਿ ਭੀੜਾਂ ਇਕੱਠੀਆਂ ਕਰਨ ਦੇ ਨਾਲ ਜਿਹੜੇ ਆ ਕਾਨੂੰਨ ਰੱਦ ਨਹੀਂ ਹੁੰਦੇ। ਕੀ ਲੱਗਦਾ ਵੀ ਜਿਹੜੀ ਆ ਇਹ ਮੂਵਮੈਂਟ ਉਹਨਾਂ ਨੇ ਚਾਚਾ ਜੀ ਨੇ ਛੇੜੀ ਆ, ਹੁਣ ਉਹ ਲੋੜ ਪੈ ਗਈ ਆ ਅਤੇ ਜਿਹੜੇ ਮਸਲੇ ਆ ਜੋ ਕਿਸਾਨਾਂ ਦੇ ਇਸ ਵੇਲੇ ਬਰੂਹਾਂ 'ਤੇ ਬੈਠੇ ਜੋ ਮਸਲੇ ਬਿਲਕੁਲ ਜਿੱਥੇ ਮੋਦੀ ਸਰਕਾਰ ਅੜੀ ਹੋਈ ਆ ਉਹਨੂੰ ਹੱਲ ਕਰਨ ਦੇ ਲਈ ਇੱਕ ਵੱਡੀ ਲਹਿਰ ਦੀ ਲੋੜ ਹੈ? ਅਸੀਂ ਅੱਜ ਸੰਯੁਕਤ ਮੋਰਚੇ ਵੱਲੋਂ, ਕੁੱਲ ਹਿੰਦ ਕਿਸਾਨ ਸਭਾ ਵੱਲੋਂ, ਕੁੱਲ ਹਿੰਦ ਕਿਸਾਨ ਸਭਾ ਸਾਂਭਰ ਅਤੇ ਸਾਡਾ ਦੁਆਬਾ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਯੂਨੀਅਨ ਵੱਲੋਂ ਅੱਜ ਅਸੀਂ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਮਨਾ ਰਹੇ ਹਾਂ। 23 ਫਰਵਰੀ 1881 ਨੂੰ ਚਾਚਾ ਅਜੀਤ ਸਿੰਘ ਨੇ ਜਿਹੜੀ ਪਗੜੀ ਸੰਭਾਲ ਜੱਟਾ ਲਹਿਰ ਤੋਰੀ ਸੀ, ਉਹਦਾ ਅੰਗਰੇਜ਼ਾਂ ਤੋਂ ਛੁਟਕਾਰਾ ਪਾਇਆ ਸੀ ਤਾਂ ਇੱਕ ਬਲ ਮਿਲਿਆ ਸੀ ਕਿਸਾਨਾਂ ਨੂੰ। ਅੱਜ ਸੰਯੁਕਤ ਮੋਰਚੇ ਨੇ ਜਿਹੜਾ ਸੱਦਾ ਸਾਰੇ ਭਾਰਤ ਵਰਸ਼ ਦੇ ਵਿੱਚ ਦਿੱਤਾ, ਇਹ ਮੋਦੀ ਦੇ ਕੱਫਣ ਦੇ ਵਿੱਚ ਕਿੱਲ ਹੋਏਗਾ, ਕਿਉਂਕਿ ਚਾਚਾ ਅਜੀਤ ਸਿੰਘ ਦੇਸ਼ ਭਗਤ ਹੈ। ਜਦੋਂ ਮਹਾਤਮਾ ਗਾਂਧੀ ਦਾ ਦਿਨ ਸੀ ਉਹ ਵੀ ਮਨਾਇਆ, ਸ਼ਹੀਦ ਭਗਤ ਸਿੰਘ ਦਾ ਵੀ ਦਿਨ 23 ਮਾਰਚ ਨੂੰ ਮਨਾਵਾਂਗੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪਗੜੀ ਸੰਭਾਲ ਜੱਟਾ ਦਾ ਨਾਅਰਾ 1906 ਚਲਾਇਆ ਸੀ, ਅਸੀਂ ਅੱਜ ਇੱਥੇ ਖੜ੍ਹੇ ਹਾਂ 70-72 ਸਾਲ ਦੀ ਦੇਸ਼ ਦੀ ਆਜ਼ਾਦੀ ਤੋਂ ਬਾਅਦ। ਸਾਡੇ 'ਤੇ ਕਾਲੇ ਕਾਨੂੰਨ ਲੱਦ ਦਿੱਤੇ, ਇਹਦੇ ਨਾਲ ਕਾਰੋਬਾਰ ਤਬਾਹ ਹੋਣਾ, ਦੇਸ਼ ਨਹੀਂ ਬਚਣਾ। ਜਿੱਥੇ ਸਾਡੀਆਂ ਜ਼ਮੀਨਾਂ ਖੋਹ ਹੋਣੀਆਂ, ਮਾਲਕ ਇਜਾਰੇਦਾਰ ਨਾ ਬਣਨਾ, ਉੱਥੇ ਅਸੀਂ ਦਿਹਾੜੀਦਾਰ ਹੋਵਾਂਗੇ ਅਤੇ ਨਾਲ ਖੇਤ ਮਜ਼ਦੂਰਾਂ ਨੂੰ ਪਬਲਿਕ ਵੰਡ ਪ੍ਰਣਾਲੀ ਦਾ ਵੀ ਅਸਰ ਪਏਗਾ, ਦੇਸ਼ ਟੁੱਟ ਜਾਏਗਾ ਆਰਥਿਕ ਤੌਰ 'ਤੇ। ਇਸ ਕਰਕੇ ਅਸੀਂ ਸੰਯੁਕਤ ਮੋਰਚੇ ਨੇ ਜਿੱਥੇ ਦਿੱਲੀ ਅਸੀਂ ਇਕੱਠਾ ਚਲਾਉਂਦੇ ਹਾਂ, 32 ਜਥੇਬੰਦੀਆਂ ਵੱਲੋਂ 500 ਜਥੇਬੰਦੀ ਆਲ ਇੰਡੀਆ ਦੀ ਖੜੀ ਸਾਡੇ ਪਿੱਠ ਦੇ ਪਿੱਛੇ। ਅਸੀਂ ਪੰਜਾਬ 'ਚ ਖੜਕ ਕਲਾਂ 'ਚ ਉਹਨਾਂ ਦਾ ਦਿਨ ਮਨਾ ਕੇ ਅਸੀਂ ਬਹੁਤ ਵੱਡੇ ਪੱਧਰ 'ਤੇ ਅਸੀਂ ਤਿਆਰ ਹੋਣਾ ਚਾਹੁੰਦੇ ਹਾਂ ਮੋਦੀ ਦੀਆਂ ਨੀਤੀਆਂ ਦੇ ਖਿਲਾਫ ਲੜਨ ਲਈ। ਇਹ ਅਸੀਂ ਅੱਜ ਦਾ ਦਿਨ ਮਨਾਵਾਂਗੇ, ਆਸ਼ੀਰਵਾਦ ਲੈਣਾ ਚਾਚਾ ਅਜੀਤ ਸਿੰਘ ਤੋਂ। ਧੰਨਵਾਦ ਜੀ। ਪਰ ਜੋ ਹਾਲਾਤ ਬਣੇ ਹੋਏ ਨੇ ਕਿ ਕੇਂਦਰ ਦੀ ਇੱਕੋ ਅੜੀ ਆ ਵੀ ਕਾਨੂੰਨ ਰੱਦ ਨਹੀਂ ਕਰਨੇ, ਸੋਧਾਂ ਜਿੰਨੀਆਂ ਮਰਜ਼ੀ ਕਰਾ ਲਓ। ਤੋਮਰ ਸਾਹਿਬ ਜਿਵੇਂ ਪਹਿਲਾਂ ਉਹਨਾਂ ਨੇ ਗੱਲ ਕਹਿ ਦਿੱਤੀ ਆ ਕਿ ਭੀੜਾਂ ਇਕੱਠੀਆਂ ਕਰਨਾ ਰੱਦ ਨਹੀਂ ਹੋਣੇ, ਇਹ ਕਿਉਂਕਿ ਜਿੰਨੀ ਵੀ ਤੁਹਾਨੂੰ ਲੱਗਦਾ ਜੋ ਵੀ ਲੱਗਦਾ ਘਾਟ ਹੈ ਉਹ ਅਸੀਂ ਪੂਰੀ ਕਰਨ ਨੂੰ। ਹਾਲੇ ਵੀ ਮੋਦੀ ਸਰ ਇੱਕੋ ਗੱਲ 'ਤੇ ਆ ਵੀ ਇਹਨੂੰ ਮੈਂ ਸੰਸ਼ੋਧਨ ਕਰ ਸਕਦਾ ਹਾਂ, ਰੱਦ ਨਹੀਂ ਕਰ ਸਕਦਾ। ਕੀ ਲੱਗਦਾ ਇਹ ਸੰਘਰਸ਼ ਪਰ ਹੋਰ ਵੱਡੇ ਸੰਘਰਸ਼ ਦੀ ਵੀ ਲੋੜ ਪਵੇਗੀ? ਦੇਖੋ, ਜਦੋਂ ਜ਼ਾਲਮ ਸਰਕਾਰਾਂ ਨੇ ਹੱਥ ਚੁੱਕੀ ਹੈ ਉਸ ਦਾ ਅੰਤ ਕਰਨ ਦੇ ਲਈ ਕੋਈ ਨਾ ਕੋਈ ਯੋਧਾ ਪੈਦਾ ਹੋਇਆ, ਜਿਹਦੇ ਵਿੱਚ ਆਪਣੇ ਸਰਦਾਰ ਭਗਤ ਸਿੰਘ ਜੀ ਹੋਏ, ਅਜੀਤ ਸਿੰਘ ਨੇ ਜੰਗ ਲੜੀ ਹੈ। ਅੱਜ ਸਮਾਂ ਜਿਹੜਾ ਹੈਗਾ ਸੇਮ ਅਜੀਤ ਸਿੰਘ ਵਾਲੀ ਜੰਗ ਜਿਹੜੀ ਆ ਚਾਚਾ ਜੀ ਵਾਲੀ ਉਹ ਲੜ ਰਹੇ ਹਾਂ ਅਸੀਂ। ਜਿਵੇਂ ਉਹਨਾਂ ਨੇ ਜ਼ਿੰਦਗੀ ਆਪਣੀ ਸਮਰਪਿਤ ਕੀਤੀ ਹੈ ਕਿਸਾਨਾਂ ਵਾਸਤੇ, ਇਸੇ ਤਰ੍ਹਾਂ
ਸਾਡੇ ਸਾਰੇ ਯੂਥ ਦੇ ਔਰ ਸਾਡੇ ਸੀਨੀਅਰ ਆਗੂ ਸਭ ਪੂਰੇ ਸਮਰਪਿਤ ਨੇ। ਮਤਲਬ ਭੁੱਲ ਜਾਵੇ ਮੋਦੀ ਵੀ ਇਹ ਹੋ ਨਹੀਂ ਸਕਦਾ, ਅਸੀਂ ਕਰਕੇ ਦਿਖਾਵਾਂਗੇ। ਉਹਨਾਂ ਚਿਰ ਪਿੱਛੇ ਨਹੀਂ ਹਟਦੇ ਜਿੰਨਾ ਵੈਸੇ ਰੱਦ ਤੇ ਹੋ ਹੀ ਚੁੱਕਿਆ, ਮੰਨਿਆ ਹੋਇਆ, ਉਹ ਸਾਰੀਆਂ ਗੱਲਾਂ ਮੰਨ ਗਿਆ। ਹੁਣ ਤੇ ਇੱਕ ਕੀਲਾ ਅੜਿਆ ਹੋਇਆ ਉਹਦੇ ਮੈਂ ਵਾਲਾ। ਜਿਵੇਂ ਉਹ ਕਹਿੰਦਾ ਕਿ ਲੋਕੀ ਉਹਨਾਂ ਦੇ ਜਿਹੜੇ ਭਗਤ ਨੇ ਉਹ ਕਹਿੰਦੇ ਨੇ ਕਿ 7.5 ਸਾਲ ਹੋ ਗਏ ਜਾਂ 7 ਸਾਲ ਹੋ ਗਏ ਕਿ ਅੱਜ ਤੱਕ ਉਹਨੇ ਹਾਰ ਨਹੀਂ ਮੰਨੀ। ਤੇ ਇਤਿਹਾਸ ਸਾਡਾ ਵੀ ਕੋਈ ਛੋਟਾ ਨਹੀਂ ਆ। 550 ਸਾਲ ਹੋ ਗਏ, ਹਰੇ ਅਸੀਂ ਵੀ ਕਿਤੇ ਨਹੀਂ ਹਟੇ, ਅਸੀਂ ਵੀ ਕਦੀ ਪਿੱਛੇ ਨਹੀਂ ਤੇ ਹਟਾਂਗੇ ਹੁਣ ਵੀ ਨਹੀਂ। ਅਸੀਂ ਰੱਦ ਕਰਾ ਕੇ ਰਹਾਂਗੇ। ਇਹ ਸਾਡੇ ਮੋਦੀ ਹਾਰੇਗਾ, ਬਿਲਕੁਲ ਜਿੱਤਾਂਗੇ। ਪੂਰੀ ਜਿੱਦ ਰੱਖ ਲਓ। ਘਰ ਨੂੰ ਵਾਪਸ ਉਦੋਂ ਹੀ ਆਣਾ ਜਦੋਂ ਅਸੀਂ ਜਿੱਤ ਜਾਵਾਂਗੇ, ਨਹੀਂ ਤਾਂ ਵਾਪਸ ਨਹੀਂ ਆਵਾਂਗੇ। ਕਿਉਂਕਿ ਜਦੋਂ ਅਸੀਂ 25 ਨਵੰਬਰ ਨੂੰ ਗਏ ਆ, ਜਕਾਰਿਆਂ ਦੀ ਗੂੰਜ ਦੇ ਨਾਲ ਗਏ ਆ, ਤੇ ਅਸੀਂ ਮਾਯੂਸ ਹੋ ਕੇ ਕਦੀ ਵੀ ਸਾਡਾ ਕੋਈ ਵੀ ਯੂਥ ਦਾ ਜਾਂ ਬਜ਼ੁਰਗ ਉਹ ਕਦੀ ਨਮੋਸ਼ੀ ਦੇ ਨਾਲ ਵਾਪਸ ਨਹੀਂ ਆਏਗਾ। ਪੂਰੇ ਜਿੱਤ ਦੇ ਨਾਰੇ ਲਾ ਕੇ ਆਵਾਂਗੇ, ਜਕਾਰਿਆਂ ਦੀ ਗੂੰਜ ਦੇ ਨਾਲ ਵਾਪਸ ਆਵਾਂਗੇ। ਜੇ ਪੰਜਾਬ ਦੀ ਗੱਲ ਕਰੀਏ ਯੂਥਾਂ ਦੇ ਉੱਤੇ ਜੋ ਇਸ ਵੇਲੇ ਸੈਂਟਰ ਵੱਲੋਂ ਜ਼ੁਲਮ ਕੀਤੇ ਜਾ ਰਹੇ ਨੇ, ਬੱਚੇ ਚੱਕੇ ਜਾ ਰਹੇ ਨੇ, ਹੁਣ ਵੀ ਮੋਗੇ ਤੋਂ ਵੀ ਚੱਕੇ, ਬਠਿੰਡੇ ਵੀ ਅੱਜ ਰੇਡ ਪਈ ਹੈ, ਲੁਧਿਆਣੇ ਲੱਖਾ ਸਧਾਣੇ ਨੂੰ ਵੀ ਚੱਕਣ ਦੀ ਅੱਜ ਜਿਹੜੀ ਆ ਪਲੈਨਿੰਗ ਕੀਤੀ ਗਈ ਆ। ਮਤਲਬ ਕਹਿਣ ਦਾ ਭਾਵ ਕਿ ਪੰਜਾਬੀ ਨੌਜਵਾਨ ਜੇ ਯੂਥ ਨੂੰ ਪਹਿਲਾਂ ਤਾਂ ਇਹਨਾਂ ਨੇ ਖਾਲਿਸਤਾਨ ਕਹਿ ਕੇ, ਆਤੰਕਵਾਦੀ ਕਹਿ ਕੇ ਭੰਡਿਆ, ਨਸ਼ੀੜੀ ਕਹਿ ਕੇ ਭੰਡਿਆ, ਅੱਜ ਉਹਨਾਂ ਨੂੰ ਚੱਕ ਰਹੇ ਆ। ਜਿਵੇਂ 26 ਜਨਵਰੀ ਨੂੰ ਜੋ ਕਾਂਡ ਹੋਇਆ ਉਹਨੂੰ ਲੈ ਕੇ ਲੱਗਦਾ ਵੀ ਕੇਂਦਰ ਦਾ ਟਾਰਗੇਟ ਇੱਕ ਯੂਥ ਬਣ ਗਿਆ ਆ। ਦੇਖੋ ਮੈਂ ਕੁਝ ਹੋਰ ਤਰ੍ਹਾਂ ਸੋਚਦਾ ਹੁੰਦਾ, ਇਹਦੇ ਬਾਰੇ ਵਿਚਾਰ ਕਰਦਾ ਹੁੰਦਾ। ਕਈ ਵਾਰੀ ਕਹਿੰਦੇ ਜੀ ਸਾਡਾ ਨੁਕਸਾਨ ਬਹੁਤ ਹੋ ਰਿਹਾ, ਜਿਹੜੇ ਮਤਲਬ ਹੁਣ 150 ਮੌਤ ਹੋ ਚੁੱਕੀ ਆ। ਕਈ ਲੋਕੀ ਜਾਂ ਬਜ਼ੁਰਗ ਇਹ ਕਹਿੰਦੇ ਨੇ ਕਿ ਨੁਕਸਾਨ ਬਹੁਤ ਹੋ ਰਿਹਾ। ਤੁਸੀਂ ਆਪਾਂ ਪਿੱਛੇ ਇਤਿਹਾਸ ਦੇ ਵਿੱਚ ਜਾਈਏ ਕਿ 2700 ਦੇ ਵਿੱਚੋਂ 2200 ਅਸੀਂ ਕਾਲੇ ਪਾਣੀ ਗਏ ਆ। ਆਪਾਂ ਨੂੰ ਉਦੋਂ ਵੀ ਲੱਗਿਆ ਹੋਵੇਗਾ ਕਿ ਨੁਕਸਾਨ ਹੋਇਆ। ਸ਼ਹੀਦ ਭਗਤ ਸਿੰਘ ਦੇ ਟਾਈਮ ਪੂਰੇ ਯੂਥ ਨੇ 20-22 ਸਾਲ ਦੀ ਉਮਰ ਦੇ ਵਿੱਚ ਜੰਗ ਲੜੀ ਆ ਅੰਗਰੇਜ਼ਾਂ ਦੇ ਖਿਲਾਫ, ਠੀਕ ਹੈ ਨਾ। ਉਦੋਂ ਵੀ ਲੱਗਦਾ ਸੀ ਕਿ ਨੁਕਸਾਨ ਹੋਇਆ, ਪਰ ਅੱਜ ਅਸੀਂ ਛਾਤੀ ਠੋਕ ਕੇ ਕਹਿੰਦੇ ਆ ਕਿ ਦੇਖੋ ਜੀ 2700 ਦੇ ਵਿੱਚੋਂ 2200 ਅਸੀਂ ਗਏ ਆ। 122-23 ਦੇ ਵਿੱਚੋਂ 83-84 ਮਤਲਬ ਅਸੀਂ 90-92% ਅਸੀਂ ਸ਼ਹੀਦੀਆਂ ਦਿੱਤੀਆਂ, ਤੇ ਅਸੀਂ ਇਹਨਾਂ ਨੂੰ ਸ਼ਹੀਦਾਂ ਦੇ ਵਿੱਚ ਗਿਣਦੇ ਆ। ਸਾਡਾ ਇਹ ਨੁਕਸਾਨ ਨਹੀਂ ਆ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਇੱਕ ਅਗਵਾਈ ਦਾ ਕੰਮ ਕਰੂਗਾ ਜੀ। ਦੇਸ਼ ਨੂੰ ਯਾਦ ਕਰਾਉਣ ਵੀ 90% ਪੰਜਾਬ ਦਾ ਹਿੱਸਾ ਸੀ। ਠੀਕ ਹੈ ਜੀ, ਹਾਂ ਲਓ ਜੀ। ਸੋ ਇਹ ਸਨ ਸੰਯੁਕਤ ਮੋਰਚਾ ਕਿਸਾਨ ਦੇ ਆਗੂ ਜਿਨ੍ਹਾਂ ਨੇ ਦੱਸਿਆ ਕਿ ਅੱਜ ਉਹਨਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜਿਨ੍ਹਾਂ ਨੇ ਪਗੜੀ ਸੰਭਾਲ ਦੀ ਲਹਿਰ ਸ਼ੁਰੂ ਕੀਤੀ ਸੀ, ਉਸ ਤੋਂ ਇੱਕ ਸੰਕਲਪ ਲਿਆ ਔਰ ਮੋਦੀ ਸਰਕਾਰ ਦੀਆਂ ਜਿਹੜੀਆਂ ਜੜ੍ਹਾਂ ਹਿਲਾਉਣ ਤੱਕ ਇਹ ਸੰਘਰਸ਼ ਜਿਹੜਾ ਚੱਲੇਗਾ। ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਮੋਦੀ ਦੀਆਂ ਜੜ੍ਹਾਂ ਦੇ ਵਿੱਚ ਅੱਜ ਦੇ ਜਿਹੜੇ ਇਦਾਂ ਦੇ ਰੈਲੀਆਂ ਜਾਂ ਇਦਾਂ ਦੇ ਸੰਕਲਪ ਨੇ ਉਹ ਕਿਲ ਸਾਬਤ ਹੋਣਗੇ। ਔਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੀ ਜੋ ਇੱਕ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਰੈਲੀ ਕੀਤੀ ਹੈ, ਸਭਾ ਕੀਤੀ ਜਾ ਰਹੀ ਆ ਚਾਚਾ ਅਜੀਤ ਸਿੰਘ ਦੇ ਜਨਮ ਦਿਨ ਨੂੰ ਲੈ ਕੇ? ਅਸੀਂ ਸੰਯੁਕਤ ਮੋਰਚੇ ਵੱਲੋਂ ਜਿਹੜਾ ਸੱਦਾ ਆਇਆ ਸੀਗਾ ਅੱਜ ਦੇ ਦਿਨ ਤੇ ਸਰਦਾਰ ਅਜੀਤ ਸਿੰਘ ਦੇ ਜਨਮ ਦਿਨ ਦੇ ਉੱਤੇ, ਉਹ ਅਸੀਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਾਂ। ਉਹ ਸੱਦੇ ਨੂੰ ਪ੍ਰਵਾਨ ਕੀਤਾ ਅਸੀਂ ਔਰ ਤਿਆਰੀ ਕੀਤੀ ਆ, ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਾਈ ਆ। ਸਾਡਾ ਤਾਂ ਵੈਸੇ ਹੀ ਫਰਜ਼ ਬਣਦਾ ਨਵਾਂਸ਼ਹਿਰ ਇਲਾਕੇ ਦਾ ਕਿ ਸਾਨੂੰ ਇਸ ਗੱਲ ਦਾ ਮਾਣ ਆ ਕਿ ਚਾਚਾ ਅਜੀਤ ਸਿੰਘ ਔਰ ਉਹਨਾਂ ਦਾ ਹੀ ਭਤੀਜਾ ਜਿਹਨੂੰ ਆਪਾਂ ਕਹਿੰਦੇ ਆ ਸਰਦਾਰ ਭਗਤ ਸਿੰਘ, ਜਿਹਦੀ ਬਹੁਤ ਵੱਡੀ ਦੇਣ ਆ। ਸਰਦਾਰ ਅਜੀਤ ਸਿੰਘ ਦੀ ਵੀ ਬਹੁਤ ਵੱਡੀ ਦੇਣ ਆ। ਉਹ ਵੀ ਉਸ ਵੇਲੇ ਜਵਾਨੀ 'ਚ ਸੀਗੇ ਜਦੋਂ ਉਹਨਾਂ ਨੇ ਘੋਲ ਲੜਿਆ ਕਿਸਾਨੀ ਦਾ, ਪਗੜੀ ਸੰਭਾਲ ਜੱਟਾਂ ਦੀ ਲਹਿਰ ਚਲਾਈ। ਔਰ ਜਦੋਂ ਸਰਦਾਰ ਭਗਤ ਸਿੰਘ ਉਹ ਜਦੋਂ ਸ਼ਹੀਦ ਹੋਏ ਉਹ ਵੀ ਜਵਾਨੀ ਸੀ। ਮੈਂ ਅੱਜ ਦੀ ਜਵਾਨੀ ਨੂੰ ਇਸ ਗੱਲ ਲਈ ਸੱਦਾ ਦੇਣਾ ਚਾਹੁੰਦਾ ਕਿ ਉਹ ਸਾਰੇ ਆਪਣੇ ਭਰਮ ਭੁਲੇਖੇ ਛੱਡ ਕੇ, ਸਾਰੇ ਕੰਮਕਾਰ ਛੱਡ ਕੇ, ਯੂਥ ਨੂੰ ਖਾਸ ਕਰਕੇ ਉਹਨਾਂ ਦੀ ਅਗਵਾਈ ਜਿਹੜੀ ਆ ਉਹ ਕਬੂਲ ਕਰਕੇ ਇਹਨਾਂ ਜਿੰਨੇ ਵੀ ਮਤਲਬ ਸੰਯੁਕਤ ਮੋਰਚੇ ਦੇ ਪ੍ਰੋਗਰਾਮ ਆਉਂਦੇ ਆ ਉਹ 'ਚ ਸ਼ਾਮਲ ਹੋਣਾ ਚਾਹੀਦਾ। ਜਿੰਨਾ ਯੂਥ ਜ਼ਿਆਦਾ ਸ਼ਾਮਲ ਹੋਊਗਾ ਉਨਾ ਹੀ ਜਿਹੜੇ ਸਾਡੇ ਬਜ਼ੁਰਗ ਕਿਸਾਨ ਉੱਥੇ ਬੈਠੇ ਆ ਜਾ ਕੇ ਧਰਨਿਆਂ ਦੇ ਵਿੱਚ, ਉਹਨਾਂ ਨੂੰ ਹੌਸਲਾ ਜ਼ਿਆਦਾ ਮਿਲੂਗਾ। ਉਹ ਡਟ ਕੇ ਉਹ ਸਾਡੀ ਅਗਵਾਈ ਕਰਨਗੇ। ਔਰ ਮੈਂ ਇਕੱਲੇ ਨੌਜਵਾਨਾਂ ਨੂੰ ਨਹੀਂ, ਨਾਲ ਦੁਕਾਨਦਾਰਾਂ ਨੂੰ ਵੀ ਸਪੈਸ਼ਲ ਮਤਲਬ ਇਸ ਗੱਲ ਲਈ ਸੱਦਾ ਦੇਣਾ ਚਾਹੁੰਦਾ ਅੱਜ ਦੀ ਸਟੇਜ ਤੋਂ ਵੀ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਜਿਹੜੀਆਂ ਆ ਉਹ ਛੱਡ ਕੇ ਟਾਈਮ ਕੱਢ ਕੇ, ਮੈਨੂੰ ਪਤਾ ਹੈ ਇਸ ਗੱਲ ਦਾ ਵੀ ਉਹਨਾਂ ਦਾ ਮਤਲਬ ਨੁਕਸਾਨ ਵੀ ਹੁੰਦਾ, ਪਰ ਵੱਡਾ ਨੁਕਸਾਨ ਉਦੋਂ ਹੋ ਜਾਣਾ ਜਦੋਂ ਇੱਥੇ ਮੌਲ ਵਗੈਰਾ ਵੱਡੇ ਵੱਡੇ ਸਟੋਰ ਖੁੱਲ੍ਹ ਗਏ ਤੇ ਦੁਕਾਨਾਂ ਨਹੀਂ ਰਹਿਣੀਆਂ। ਇਸ ਕਰਕੇ ਸਾਨੂੰ ਪ੍ਰਣ ਕਰ ਲੈਣਾ ਚਾਹੀਦਾ। ਅੱਜ ਅਸੀਂ ਭਗਤ ਸਿੰਘ ਦੇ ਬੁੱਤ ਦੇ ਕੋਲ ਖੜ੍ਹ ਕੇ ਇਸ ਧਰਤੀ ਨੂੰ ਪ੍ਰਣਾਮ ਵੀ ਕਰਦੇ ਹਾਂ ਔਰ ਇੱਥੋਂ ਅਹਿਦ ਕਰਦੇ ਹਾਂ, ਕਸਮਾਂ ਖਾਂਦੇ ਹਾਂ ਕਿ ਜਿੰਨਾ ਚਿਰ ਕਾਲੇ ਕਾਨੂੰਨ ਜੋ ਮੋਦੀ ਸਰਕਾਰ ਨੇ ਬਣਾਏ ਆ ਵਾਪਸ ਨਹੀਂ ਹੋ ਜਾਂਦੇ, ਅਸੀਂ ਬਿਲਕੁਲ ਪਿੱਛੇ ਮੁੜ ਕੇ ਨਹੀਂ ਆਵਾਂਗੇ। ਅਸੀਂ ਆਪਣੀ ਕਿਸਾਨ ਸਭਾ ਜਿਹੜੀ ਸਾਡੀ ਜਮਹੂਰੀ ਕਿਸਾਨ ਸਭਾ ਆ ਉਹਦੇ ਵੱਲੋਂ ਡਟ ਕੇ ਇਸ ਗੱਲ ਤੇ ਪਹਿਰਾ ਦੇਵਾਂਗੇ ਜੋ ਵੀ ਸਾਨੂੰ
ਹੁਕਮ ਹੋਊਗਾ ਕਿਸਾਨ ਜਥੇਬੰਦੀਆਂ ਦਾ। ਜੈ ਜੰਗ। ਇਹ ਸਨ ਕਿਸਾਨ ਆਗੂ ਤੇ ਜਿਨ੍ਹਾਂ ਸੰਯੁਕਤ ਮੋਰਚਾ ਜਿਨ੍ਹਾਂ ਨੇ ਦੱਸਿਆ ਕਿ ਆਖਰੀ ਸਾਹ ਤੱਕ ਇੱਥੋਂ ਜੋ ਸੰਕਲਪ ਲਿਆ ਉਹ ਪੂਰਾ ਕਰਨ ਦੇ ਲਈ ਆਪਣਾ ਪੂਰਾ ਜਿਹੜਾ ਸੰਘਰਸ਼ ਜਿਹੜਾ ਪੂਰਾ ਉੱਤੇ ਵਿੱਢ ਦਿਆਂਗੇ ਔਰ ਕਾਲੇ ਕਾਨੂੰਨ ਜਿਹੜੇ ਆ ਉਹ ਰੱਦ ਕਰਾ ਕੇ ਲਿਆਵਾਂ। D5 ਚੈਨਲ ਨਵਾਂ ਸ਼ਹਿਰ ਤੋਂ ਨਰਿੰਦਰ ਰੱਤੂ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਅਸਲ ਦੇ ਵਿੱਚ ਕੁੰਡਲੀ ਹੈ ਕੀ? ਜੋਤਿਸ਼ ਸ਼ਾਸਤਰ ਵਿੱਚ ਕੁੰਡਲੀ ਦਾ ਸਭ ਤੋਂ ਮਹੱਤਵ ਹੈ। ਬਿਨਾਂ ਕੁੰਡਲੀ ਤੋਂ ਅਸੀਂ ਕਿਸੇ ਦੀ ਪ੍ਰੈਡਿਕਸ਼ਨ ਵਗੈਰਾ ਨਹੀਂ ਕਰ ਸਕਦੇ। ਤੁਸੀਂ ਗੱਲ ਕੀਤੀ ਕਿ ਜਿਹੜੇ ਕੁੰਡਲੀ ਦੇ ਵਿੱਚ 12 ਖਾਨੇ ਹੁੰਦੇ ਨੇ, ਉਹ ਅਲੱਗ-ਅਲੱਗ ਉਹਨਾਂ ਦੇ ਵਿੱਚ ਗ੍ਰਹਿ ਹੁੰਦੇ ਨੇ, ਲਗਨ ਹੁੰਦੇ ਨੇ। ਕਿਸੇ ਵੀ ਖਾਨੇ 'ਚ ਕੋਈ ਵੀ ਗ੍ਰਹਿ ਹੋ ਸਕਦਾ ਹੈ। ਆਪਣੇ 9 ਗ੍ਰਹਿ, ਠੀਕ ਹੈ, 9 ਪਹਿਲੇ ਘਰ 'ਚ ਮੰਗਲ ਵੀ ਹੋ ਸਕਦਾ, ਸ਼ਨੀ ਵੀ ਹੋ ਸਕਦਾ, ਕੋਈ ਗ੍ਰਹਿ ਵੀ ਨਹੀਂ ਹੋ ਸਕਦਾ। ਉਸ ਟਾਈਮ ਦੀ ਪੋਜੀਸ਼ਨ ਦੇਖਦਾ ਉਸ ਟਾਈਮ ਜੇ ਰਾਸ਼ੀ ਦੇ ਵਿੱਚ ਕਿਹੜਾ ਗ੍ਰਹਿ ਕਿੱਥੇ ਬੈਠਾ ਉਸ ਟਾਈਮ ਦੀ ਪੋਜੀਸ਼ਨ ਸਾਹਮਣੇ ਕੁੰਡਲੀ ਬਣਦੀ ਹੈ। D5 ਚੈਨਲ ਪੰਜਾਬੀ ਲਿਆ ਰਿਹਾ ਹੈ ਖਾਸ ਪ੍ਰੋਗਰਾਮ ਜੋਤਿਸ਼ ਐਂਡ ਸਾਇੰਸ ਹਰ ਮੰਗਲਵਾਰ ਸਵੇਰੇ 7 ਵਜੇ। ਦੇਖਣਾ ਨਾ ਭੁੱਲਣਾ D5 ਚੈਨਲ ਪੰਜਾਬੀ ਤੇ।